ਸਾਥੀ ਵਿੱਕੀ ਵਡੇਰਾ ਜੀ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਫੈਸਟੀਵਲ ਆਫ ਲਾਈਟ ਦੀਵਾਲੀ ਅੱਜ ਦੀਵਾਲੀ ਦਾ ਤਿਉਹਾਰ ਹੈ। ਅਸੀਂ ਆਪਣੇ ਚੈਨਲ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਮੁਬਾਰਕਬਾਦ ਦਿੰਦੇ ਹਾਂ ਤੇ ਸਾਰਿਆਂ ਤੋਂ ਉਮੀਦ ਕਰਦੇ ਹਾਂ ਕਿ ਬਹੁਤ ਸਹੀ ਢੰਗ ਨਾਲ ਆਪਾਂ ਸ਼ਰਧਾ ਉਤਸ਼ਾਹ ਨਾਲ ਇਹ ਆਪਣਾ ਮੇਨ ਤਿਉਹਾਰ ਮਨਾਈਏ, ਬਟ ਅੰਡਰ ਗੌਰਮੈਂਟ ਗਾਈਡਲਾਈਨਸ। ਉਸੇ ਤਹਿਤ ਅਸੀਂ ਇੱਕ ਮੁਹਿੰਮ ਚਲਾਈ ਸੀਗੀ, ਅਵੇਅਰਨੈਸ ਕੰਪੇਨ, ਜਿਹਦੇ ਵਿੱਚ ਅਸੀਂ ਸ਼ਹਿਰ ਦੀਆਂ ਅਲੱਗ-ਅਲੱਗ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਸੀ, ਜਿਨ੍ਹਾਂ ਨੇ ਕਿ ਬੈਸਟ ਵਿਸ਼ੇਸ ਦੇ ਨਾਲ ਤੁਹਾਨੂੰ ਦੀਵਾਲੀ ਦੇ ਉੱਤੇ ਇੱਕ ਮੈਸੇਜ ਵੀ ਕਨਵੇ ਕੀਤਾ ਸੀ। ਕਿਉਂਕਿ ਇਸ ਵਾਰ ਦੀ ਜਿਹੜੀ ਦੀਵਾਲੀ ਆ ਆਮ ਦੀਵਾਲੀਆਂ ਤੋਂ ਥੋੜੀ ਹਟ ਕੇ ਹੈ, ਪਹਿਲਾਂ ਕੋਵਿਡ, ਫਿਰ ਲਾਕਡਾਊਨ, ਫਿਰ ਇਕਨੋਮਿਕ ਕ੍ਰਾਈਸਿਸ। ਇਸ ਵਾਰੀ ਆਪਾਂ ਜ਼ਰੂਰ ਸਹੀ ਤੇ ਸੁਚੱਜੇ ਢੰਗ ਨਾਲ ਮਨਾਈਏ। ਉਸੇ ਤਹਿਤ ਅੱਜ ਅਸੀਂ ਆਪਣੀ ਜਿਹੜੀ ਕੰਪੇਨ ਹੈ ਉਹਨੂੰ ਖਤਮ ਕਰਨ ਲੱਗੇ ਹਾਂ ਤੇ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਹਾਂ, ਤੁਸੀਂ ਕਈ ਵਾਰੀ ਉਹਨਾਂ ਨੂੰ ਸਮਾਜ ਸੇਵਾ ਦੇ ਬਹੁਤ ਵੱਡੇ ਕਾਰਜ ਉਹਨਾਂ ਦੇ ਹੱਥੋਂ ਹੋਏ ਨੇ। USA ਦੇ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਦੇ ਡਿਸਟ੍ਰਿਕਟ ਹੈਡ ਨੇ ਗਗਨ ਜੀ। ਸਮਾਜ ਸੇਵੀ ਦੁਨੀਆ ਦੇ ਵਿੱਚ ਬਹੁਤ ਬੜਾ ਨਾਮ ਹੈ। ਕੀ ਹਿਊਮੈਨਿਟੇਰੀਅਨ ਗਰਾਊਂਡ ਤੇ ਕੀ ਸਮਾਜ ਦੀਆਂ ਅਲੱਗ-ਅਲੱਗ ਜ਼ਰੂਰਤਾਂ ਵੇਲੇ ਜੋ ਉਹਨਾਂ ਨੇ ਇਨਪੁਟ ਦਿੱਤੀ ਹੈ, ਵਾਕਈ ਸੈਲਿਊਟੇਬਲ ਹੈ। ਆਓ ਗੱਲ ਕਰਦੇ ਹਾਂ ਗਗਨ ਜੀ ਦੇ ਨਾਲ। ਗਗਨ ਜੀ, ਵੈਲਕਮ। ਥੈਂਕ ਯੂ ਸਰ। ਸਭ ਤੋਂ ਪਹਿਲਾਂ ਵਿੱਕੀ ਵਡੇਰਾ ਜੀ, ਹਰਪ੍ਰੀਤ ਆਲੂਵਾਲੀਆ ਜੀ, ਫਿਰਤੀ ਨਿਊਜ਼ ਚੈਨਲ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਬੈਸਟ ਵਿਸ਼ੇਸ ਨਾਲ ਹੈਪੀ ਦੀਵਾਲੀ ਦੀਆਂ, ਵਿਸ਼ਕਰਮਾ ਡੇ ਆ ਰਿਹਾ, ਨਿਊ ਈਅਰ ਵਿਸ਼ੇਸ ਆ ਰਹੀਆਂ, ਬੰਦੀ ਛੋੜ ਦਿਵਸ ਹੈ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਵੀ ਆ ਰਿਹਾ। ਇਟਸ ਅ ਡੇਜ਼ ਆਫ ਫੈਸਟੀਵਲ। ਹੁਣ ਤੋਂ ਸਾਡੇ ਇੰਡੀਆ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਫੈਸਟੀਵਲ ਡੇ ਸਟਾਰਟ ਹੋ ਜਾਂਦੇ ਆ ਸਾਰੇ। ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ, ਜਿੰਨੇ ਵੀ ਸਾਡੇ ਮੀਡੀਆ ਦੇ ਸਾਡੇ ਦੋਸਤ ਮਿੱਤਰ, ਸਾਰੇ ਭਰਾ ਨੇ, ਸਾਰੇ ਮੀਡੀਆ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਕਰ ਰਹੇ ਨੇ ਲੋਕਾਂ ਨੂੰ ਅਵੇਅਰਨੈਸ ਕੰਪੇਨ ਦੇ ਵਿੱਚ, ਉਹਨਾਂ ਦਾ ਧੰਨਵਾਦ ਕਰਦਾ। ਸਪੈਸ਼ਲੀ ਵਿੱਕੀ ਜੀ ਦਾ ਅਤੇ ਹਰਪ੍ਰੀਤ ਆਲੂਵਾਲੀਆ ਜੀ ਦਾ ਸਪੈਸ਼ਲੀ ਥੈਂਕ ਯੂ। ਇਸ ਤੋਂ ਇਲਾਵਾ ਉਹ ਲੋਕ ਜਿਹੜੇ ਸਾਈਲੈਂਟਲੀ ਸੁਸਾਇਟੀ ਦੀ ਅਵੇਅਰਨੈਸ ਦੇ ਲਈ ਕੰਮ ਕਰ ਰਹੇ ਨੇ, ਚਾਹੇ ਉਹ ਸਾਡੇ ਪੁਲਿਸ ਕਰਮੀ ਨੇ ਜਿਹੜੇ ਡੇ ਨਾਈਟ ਲੋਕਾਂ ਨੂੰ ਇੱਕ ਪ੍ਰੋਪਰ ਇੱਕ ਤਰ੍ਹਾਂ ਨਾਲ ਮੈਨੇਜ ਕਰਦੇ ਨੇ, ਟ੍ਰੈਫਿਕ ਐਮਪਲੋਈਜ਼ ਨੇ, ਸਾਡੇ ਹੋਰ ਸੋਸ਼ਲ ਐਕਟੀਵਿਟੀਜ਼ ਨੇ, ਸਾਡੇ ਪੋਲੀਟੀਕਲ ਜਿੰਨੇ ਵੀ ਐਗਜ਼ੀਕਿਊਟਿਵਸ ਨੇ, ਮੈਂਬਰਸ ਨੇ, ਕਾਉਂਸਲਰਸ ਨੇ ਸ਼ਹਿਰ ਦੇ ਵਿੱਚ, ਜਾਂ ਹੋਰ ਵੀ ਐਸੇ ਨੁਮਾਇੰਦੇ ਜਿਹੜੇ ਸੁਸਾਇਟੀ ਨੂੰ ਅਵੇਅਰ ਕਰਨ ਦੇ ਵਿੱਚ ਆਪਣੀ ਆਪਣੀ ਭੂਮਿਕਾ ਨਿਭਾਉਂਦੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਰ। ਗਗਨ ਜੀ, ਆਪਾਂ ਦੇਖਿਆ ਕਿ ਇਸ ਵਾਰੀ ਦੀ ਜਿਹੜੀ ਦੀਵਾਲੀ ਹੈ ਉਹ ਆਮ ਦੀਵਾਲੀਆਂ ਨਾਲੋਂ ਹਟ ਕੇ ਹੈ ਬਿਕੋਜ਼ ਆਫ ਕੋਵਿਡ, ਉਸ ਤੋਂ ਬਾਅਦ ਲਾਕਡਾਊਨ, ਉਸ ਤੋਂ ਬਾਅਦ ਅਨਲਾਕਡਾਊਨ, ਅੰਡਰ ਗਾਈਡਲਾਈਨਸ। ਉਸ ਤੋਂ ਸਭ ਤੋਂ ਬੜੀ ਗੱਲ ਹੈ ਕਿ ਇਸ ਵਾਰੀ ਜਿਹੜਾ ਇਕਨੋਮਿਕ ਕ੍ਰਾਈਸਿਸ ਹੈ ਉਹ ਆਪਾਂ ਨੂੰ ਬਹੁਤ ਹੱਦ ਤੱਕ ਸਾਹਮਣਾ ਕਰਨਾ ਪਿਆ, ਇਕੱਲਾ ਆਪਣੇ ਦੇਸ਼ ਨੂੰ ਨਹੀਂ, ਪੂਰੀ ਦੁਨੀਆ ਨੂੰ ਹੀ ਕਰਨਾ ਪਿਆ। ਤੇ ਸਾਡੀ ਇਸ ਕੰਪੇਨ ਦਾ ਜੋ ਮੇਨ ਸਾਡੀ ਇਹ ਜਾਗਰੂਕਤਾ ਦਾ ਅਭਿਆਨ ਦੀ ਸੋਚ ਸੀ ਕਿ ਇਸ ਵਾਰੀ ਜਿਹੜੇ ਲੋਕ ਨੇ ਫਜ਼ੂਲ ਖਰਚੀ, ਅਨਨੈਸੈਸਰੀ ਜਿਹੜੇ ਐਕਸਪੈਂਸਿਸ ਨੇ, ਜਾਂ ਜਿਵੇਂ ਬੱਚੇ ਨੇ, ਬਹੁਤ ਆਪਾਂ ਸਧਾਰਨ ਢੰਗ ਨਾਲ ਦੀਵਾਲੀ ਮਨਾਈਏ ਕਿ ਪਬਲਿਕ ਤੇ ਦੁਨੀਆ ਨੂੰ ਇੱਕ ਮੈਸੇਜ ਆਵੇ ਕਿ ਦੇਸ਼ ਆਪਣਾ ਜਿਹੜਾ ਸੰਭਲ ਰਿਹਾ ਹੈ ਤੇ ਆਰਥਿਕ ਤੌਰ ਤੇ ਵੀ ਹੌਲੀ ਹੌਲੀ ਪਟੜੀ ਤੇ ਆ ਰਿਹਾ ਹੈ। ਬਿਲਕੁਲ ਠੀਕ ਗੱਲ ਕਹੀ ਹੈ ਤੁਸੀਂ ਕਿ ਇਕਨੋਮਿਕਲੀ ਬਹੁਤ ਸਾਰੇ ਚੈਲੰਜਿਸ ਸਾਡੇ ਲੋਕਾਂ ਨੇ ਫੇਸ ਕੀਤੇ, ਔਰ ਸਪੈਸ਼ਲੀ ਜਿਹੜੀਆਂ ਮਿਡਲ ਕਲਾਸ ਫੈਮਿਲੀਜ਼ ਨੇ ਉਹਨਾਂ ਨੇ ਇਸ ਸਿਚੁਏਸ਼ਨ ਨੂੰ ਮੈਨੇਜ ਕਰਨਾ ਉਹਨਾਂ ਲਈ ਬਹੁਤ ਡਿਫਿਕਲਟ ਹੋ ਰਿਹਾ। ਬਟ ਇਕੁਅਲੀ ਇਹਦੇ ਨਾਲ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਅਸੀਂ ਸੁਸਾਇਟੀ ਦੇ ਵਿੱਚ ਬਹੁਤ ਸਾਰਾ ਇੱਕ ਪੋਲਿਊਸ਼ਨ ਨੂੰ ਵੀ ਅਸੀਂ ਫੇਸ ਕਰ ਰਹੇ ਹਾਂ। ਕੋਈ ਟਾਈਮ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਲੋਕੀ ਨਵੰਬਰ ਦੇ ਮਹੀਨੇ ਨੂੰ ਸਭ ਤੋਂ ਸੋਹਣਾ ਮਹੀਨਾ ਮੰਨਿਆ ਜਾਂਦਾ ਸੀ, ਜਦੋਂ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਨਵੰਬਰ ਦੇ ਮਹੀਨੇ ਨੂੰ ਇੰਜੋਏ ਕੀਤਾ ਜਾਂਦਾ ਸੀਗਾ, ਜਦੋਂ ਬੜੀ ਨਿੱਘੀ ਧੁੱਪ ਤੇ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਸੀ। ਔਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਨਵੰਬਰ ਮਹੀਨੇ ਦਾ ਹਾਲ ਦੇਖ ਸਕਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਇਟਸ ਏ ਮੋਸਟ ਪੋਲਿਊਟਿਡ ਮੰਥ ਆਫ ਦੀ ਈਅਰ ਇਨ ਦਿਸ ਪੰਜਾਬ, ਜਿਹਦੇ ਨਾਲ ਬਿਨਾਂ ਮਤਲਬ ਤੋਂ ਲੋਕ ਬਿਮਾਰ ਹੋ ਰਹੇ ਨੇ, ਲੋਕਾਂ ਦੀ ਏਜ ਖਰਾਬ ਹੋ ਰਹੀ ਹੈ, ਬੱਚਿਆਂ ਦੀ ਯੂਥ ਦੀ ਸਾਡੀ ਜਨਰੇਸ਼ਨ ਖਰਾਬ ਹੋ ਰਹੀ ਹੈ ਪੋਲਿਊਸ਼ਨ ਦੇ ਵਿੱਚ। ਔਰ ਦੀਵਾਲੀ ਦੇ ਵਿੱਚ ਜਦੋਂ ਲੋਕ ਕ੍ਰੈਕਰਸ ਚਲਾਉਂਦੇ ਨੇ, ਪਟਾਕੇ ਚਲਾਉਂਦੇ ਨੇ, ਉਹਦੇ ਨਾਲ ਪੋਲਿਊਸ਼ਨ ਬਹੁਤ ਜ਼ਿਆਦਾ ਵੱਧਦਾ, ਔਰ ਉਹ ਪੋਲਿਊਸ਼ਨ ਇਸ ਬਿਮਾਰੀਆਂ ਨੂੰ ਹੋਰ ਜ਼ਿਆਦਾ ਵਧਾਉਣ ਦਾ ਖਤਰਾ ਪੈਦਾ ਹੋ ਸਕਦਾ। ਇਹਦੇ ਵਿੱਚ ਸਾਰਿਆਂ ਨੂੰ ਦੀਪਾਵਲੀ ਦੇ ਵਿੱਚ ਲਿਮਿਟ ਦੇ ਵਿੱਚ ਜਿਹੜੇ ਹੈ ਪਟਾਕੇ ਚਲਾਉਣੇ ਚਾਹੀਦੇ ਨੇ, ਔਰ ਗ੍ਰੀਨ ਦੀਵਾਲੀ ਦਾ ਇੱਕ ਤਰ੍ਹਾਂ ਦਾ ਸੰਦੇਸ਼ ਸਾਡੇ ਸਾਰੇ ਜਿੰਨੇ ਵੀ ਨੁਮਾਇੰਦੇ ਨੇ ਸਾਰਿਆਂ ਨੇ ਗ੍ਰੀਨ ਦੀਵਾਲੀ ਦਾ ਸੰਦੇਸ਼ ਦਿੱਤਾ, ਉਹ ਚਲਾਉਣਾ ਚਾਹੀਦਾ। ਪਲੱਸ ਤੁਸੀਂ ਦੀਪਾਵਲੀ ਦਾ ਤਿਉਹਾਰ ਹੈ, ਰੌਸ਼ਨੀ ਦਾ ਤਿਉਹਾਰ ਹੈ, ਰੌਸ਼ਨੀ ਪਰਮਾਤਮਾ ਦੀ ਰੌਸ਼ਨੀ ਕਿਸੇ ਭੇਦਭਾਵ ਦੇ ਵਿੱਚ ਨਹੀਂ ਹੈ, ਸਾਰਿਆਂ ਦੀ ਸਾਂਝੀ ਰੌਸ਼ਨੀ ਹੈ, ਭਾਈਚਾਰਕ ਸਾਂਝ ਦਾ ਤਿਉਹਾਰ ਹੈ। ਜਿੱਥੇ ਬੰਦੀ ਛੋੜ ਦਿਵਸ ਹੈ ਉੱਥੇ ਦੀਪਾਵਲੀ ਹੈ। ਸਾਡੇ ਸਾਰੇ ਧਰਮਾਂ ਨੂੰ ਰਲ ਮਿਲ ਕੇ ਇੱਕ ਭਾਈਚਾਰਕ ਸਾਂਝ ਦਾ ਇਸ ਤਿਉਹਾਰ ਦੇ ਵਿੱਚ ਸੰਦੇਸ਼ ਦੇਣਾ ਚਾਹੀਦਾ। ਗ੍ਰੀਨ ਦੀਵਾਲੀ ਦਿਓ, ਬੱਚਿਆਂ ਨੂੰ ਕਿਤਾਬਾਂ ਵੰਡੋ, ਬੱਚਿਆਂ ਨੂੰ ਐਜੂਕੇਸ਼ਨ ਦਿਓ, ਇਹ ਵੀ ਇੱਕ ਲਾਈਟ ਹੈ ਤੁਹਾਡੇ ਲਈ। ਪਲੱਸ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਪਟਾਕੇ ਚਲਾਓ ਜਾਂ ਨਾ ਚਲਾਓ। ਇਟਸ ਵੈਰੀ ਗੁੱਡ ਕੰਪੇਨ। ਟੀਚਰਸ ਵੀ ਸਕੂਲ ਦੇ ਵਿੱਚ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਪਟਾਕੇ ਨਹੀਂ ਚਲਾਉਣੇ ਚਾਹੀਦੇ ਕਿਉਂਕਿ ਹੈਲਥ ਲਈ ਔਰ ਸੋਸਾਇਟੀ ਲਈ ਵੇਸਟ ਹੁੰਦੇ ਆ। ਉਹੀ ਪੈਸੇ ਪ੍ਰੋਡਕਟਿਵਲੀ ਕਿਤੇ ਯੂਜ਼ ਕਰਨੇ ਚਾਹੀਦੇ। ਬਹੁਤ ਸਾਰੇ ਪਰਿਵਾਰ ਆਪਣੇ ਸੜਕਾਂ ਦੇ ਉੱਪਰ ਦੇਖਦੇ ਆ ਜਿਨ੍ਹਾਂ ਨੇ ਸਾਰੇ ਸਾਲ ਦੀ ਮਿਹਨਤ ਮਗਰੋਂ ਛੋਟੇ ਛੋਟੇ ਦੀਵੇ ਬਣਾਏ ਨੇ। ਤੁਸੀਂ ਉਹਨਾਂ ਤੋਂ ਕੋਈ ਪਰਚੇਜ਼ਿੰਗ ਕਰੋ ਤਾਂ ਉਹਨਾਂ ਦੀ ਹੈਲਪ ਹੋ ਸਕਦੀ ਹੈ। ਬਹੁਤ ਸਾਰੇ ਛੋਟੇ ਛੋਟੇ ਬੱਚੇ ਹੈ ਜਿਹੜੇ ਸੜਕਾਂ ਦੇ ਉੱਪਰ ਭੀਖ ਮੰਗਦੇ ਨੇ, ਕੋਈ 10 ਰੁਪਏ ਮੰਗਦਾ, 20 ਰੁਪਏ, ਉਹਨਾਂ ਨੂੰ ਤੁਸੀਂ ਚੀਜ਼ਾਂ ਗਿਫਟ ਕਰੋਗੇ ਤਾਂ ਤੁਹਾਨੂੰ ਬਹੁਤ ਪੀਸ ਆਫ ਮਾਈਂਡ ਮਿਲੇਗਾ। ਉਸ ਤਰੀਕੇ ਨਾਲ ਤੁਸੀਂ ਦੀਵਾਲੀ ਸੈਲੀਬ੍ਰੇਟ ਕਰ ਸਕਦੇ ਹੋ। ਇਟਸ ਵੈਰੀ ਗੁੱਡ ਸਰ।
ਜੀ ਬਹੁਤ ਵਧੀਆ ਗਗਨ ਜੀ ਨੇ ਗੱਲ ਕਹੀ, ਕਿਉਂਕਿ ਜਿਵੇਂ ਉਹਨਾਂ ਦੇ ਡੀਐਨਏ ਸਮਾਜ ਸੇਵਾ ਹੈ, ਬਹੁਤ ਸਮਾਜ ਸੇਵਾ ਨਾਲ ਉਹਨਾਂ ਨੇ ਜੁੜੀਆਂ ਗੱਲਾਂ ਕਹੀਆਂ। ਆਪਾਂ ਦੇਖਿਆ ਗਗਨ ਜੀ, ਜਿਹੜਾ ਕੋਵਿਡ ਹੈ, ਕੋਵਿਡ ਦੀ ਰੀਨੋਕ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਰਹੀ ਹੈ ਰੀਨੋਕ, ਉਹਦੇ ਲਈ ਪੋਲਿਊਸ਼ਨ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ। ਤੇ ਆਪਾਂ ਸਾਰੇ ਇਸ ਵਾਰੀ ਕਹਿ ਰਹੇ ਹਾਂ ਕਿ ਗ੍ਰੀਨ ਐਂਡ ਕਲੀਨ ਦੀਵਾਲੀ ਮਨਾਈਏ, ਸੇਫ ਐਂਡ ਸਿਕਿਉਰ ਦੀਵਾਲੀ ਮਨਾਈਏ। ਉਹਦੇ ਛੁੱਟ ਵੀਅਰਿੰਗ ਮਾਸਕ, ਸੋਸ਼ਲ ਡਿਸਟੈਂਸਿੰਗ ਤੇ ਸੈਨੀਟਾਈਜ਼ਰ ਯੂਜ਼ਿੰਗ, ਇਹ ਤਿੰਨ ਆਪਣੇ ਪਾਰਟ ਆਫ ਲਾਈਫ ਬਣ ਚੁੱਕੇ ਨੇ। ਬਟ ਜਿਹੜਾ ਸੈਨੀਟਾਈਜ਼ਰ ਹੈ, ਬਿਕੋਜ਼ ਆਫ ਅਲਕੋਹਲ ਐਂਡ ਕੈਮੀਕਲ, ਇਟਸ ਹਾਰਮਫੁਲ ਫॉर ਚਿਲਡਰਨ, ਵੂਮਨ ਐਂਡ whatever use the fire sticks anywhere। ਤਾਂ ਤੁਸੀਂ ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਫਸਟ ਆਫ ਆਲ ਕੋਵਿਡ ਦੇ ਵਿੱਚ ਲੋਕਾਂ ਦੇ ਅੰਦਰ ਅਵੇਅਰਨੈਸ ਦੀ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਇੱਕ ਲੋਕੀ ਅਵੇਅਰ ਸੀ, ਹੁਣ ਕਾਫੀ ਕਮੀ ਦੇਖੀ ਜਾ ਰਹੀ ਹੈ। ਲੋਕੀ ਬਹੁਤ ਜ਼ਿਆਦਾ ਲਾਪਰਵਾਹੀ ਦੇ ਨਾਲ ਇਹਨੂੰ ਲੈ ਰਹੇ ਨੇ, ਜਦ ਕਿ ਨਹੀਂ ਲੈਣਾ ਚਾਹੀਦਾ। ਇੱਕ ਲਾਈਫ ਸਾਡੇ ਲਈ ਪ੍ਰੀਸ਼ੀਅਸ ਹੈ। ਜਦੋਂ ਇੱਕ ਲਾਈਫ ਕਿਸੇ ਦੀ ਜਾਂਦੀ ਹੈ ਤਾਂ ਇੱਕ ਇਨਸਾਨ ਨਹੀਂ ਜਾਂਦਾ, ਇੱਕ ਪੂਰਾ ਪਰਿਵਾਰ ਚਲਾ ਜਾਂਦਾ ਹੈ। ਇਸ ਲਈ ਸਾਰੇ ਬੰਦਿਆਂ ਦੀ ਅੱਗੇ ਰਿਕੁਐਸਟ ਹੈ ਮੇਰੀ, ਹੱਥ ਜੋੜ ਕੇ, ਤੁਸੀਂ ਕੋਵਿਡ ਦੇ ਵਿੱਚ ਇਸ ਤਰ੍ਹਾਂ ਦੀ ਅਣਗਹਿਲੀ ਬਿਲਕੁਲ ਨਾ ਕਰੋ। ਮਾਸਕ ਪ੍ਰੋਪਰ ਯੂਜ਼ ਕਰੋ, ਲੇਕਿਨ ਸੈਨੀਟਾਈਜ਼ਰ ਦਾ ਯੂਜ਼ ਬਹੁਤ ਇੰਪੋਰਟੈਂਟ ਹੈ। ਬਟ ਅੱਜ ਦੀਵਾਲੀ ਦੇ ਦਿਨ ਜੇਕਰ ਤੁਸੀਂ ਪਟਾਕੇ ਚਲਾ ਰਹੇ ਹੋ ਜਾਂ ਤੁਹਾਡੇ ਬੱਚੇ ਪਟਾਕੇ ਚਲਾ ਰਹੇ ਤਾਂ ਸੈਨੀਟਾਈਜ਼ਰ ਨੂੰ ਬਿਲਕੁਲ ਸਾਈਡ ਤੇ ਰੱਖੋ, ਕਿਉਂਕਿ ਸੈਨੀਟਾਈਜ਼ਰ ਆਲਰੇਡੀ ਫਾਇਰਿੰਗ ਐਲੀਮੈਂਟ ਹੈ, ਉਹਦੇ ਵਿੱਚ ਅਲਕੋਹਲ ਹੈ ਔਰ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰਨੀ ਚਾਹੀਦੀ। ਇਸ ਲਈ ਪਟਾਕੇ ਚਲਾਉਣ ਵਕਤ ਸੈਨੀਟਾਈਜ਼ਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਔਰ ਉਹਨੂੰ ਸਾਈਡ ਤੇ ਰੱਖਣਾ ਚਾਹੀਦਾ। ਬਟ ਕੋਸ਼ਿਸ਼ ਕਰੋ ਕਿ ਮਾਸਕ ਪਹਿਨ ਕੇ ਰੱਖੋ ਔਰ ਪੋਲੂਸ਼ਨ ਨੂੰ ਘਟਾਓ। ਥੈਂਕ ਯੂ ਜੀ, ਬਹੁਤ ਵਧੀਆ ਗੱਲ ਉਹਨਾਂ ਨੇ ਕਹੀ। ਸੈਨੀਟਾਈਜ਼ਰ ਹੈ, ਜਿਹੜਾ ਸੈਨੀਟਾਈਜ਼ਰ ਆਪਾਂ ਪਹਿਲਾਂ ਵੀ ਅਸੀਂ ਅਲੱਗ-ਅਲੱਗ ਇੰਟਰਵਿਊਆਂ ਦੇ ਵਿੱਚ ਬਹੁਤ ਵੱਡੇ ਨੁਮਾਇੰਦਿਆਂ ਤੋਂ ਵੀ ਕਹਾ ਚੁੱਕੇ ਹਾਂ। ਅੱਜ ਗਗਨ ਜੀ ਨੇ ਵੀ ਜਿਹੜੀ ਗੱਲ ਕਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਹੋਵੇ, ਕਿਉਂਕਿ ਆਪਣੇ ਮੇਨ ਤਿਉਹਾਰਾਂ ਦੇ ਵਿੱਚ ਇੱਕ ਤਿਉਹਾਰ ਹੈ, ਸ਼ਰਧਾ ਜੁੜੀ ਹੋਈ ਹੈ ਆਪਣੀ ਇਹਦੇ ਨਾਲ, ਆਪਣੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ, ਆਪਣੀ ਭਾਈਚਾਰਕ ਸਾਂਝ ਜੁੜੀ ਹੋਈ ਹੈ ਇਹ ਚੀਜ਼ ਦੇ ਨਾਲ। ਤਾਂ ਕਰਕੇ ਇਹ ਤਿੰਨੇ ਚੀਜ਼ਾਂ ਨੂੰ ਮੁਕੰਮਲ ਰੱਖਦੇ ਹੋਏ ਮੈਂ ਵੀ ਆਪਣੀ ਬਾਣੀ ਨੂੰ ਲਗਾਮ ਦਿੰਦਾ, ਵਿਰਾਮ ਦਿੰਦਾ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਆਪਣੀ ਜਿਹੜੀ ਦੀਵਾਲੀ ਹੈ ਬਿਲਕੁਲ ਆਪਣੇ ਪਰਿਵਾਰ ਨਾਲ ਮਨਾਓ, ਸਮਾਜ ਨਾਲ ਮਨਾਓ, ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰੋ, ਲੋੜਵੰਦਾਂ ਦੀ ਮਦਦ ਕਰੋ। ਇੱਕ ਸਾਲ ਨਹੀਂ ਪਟਾਕੇ ਚਲਾਵਾਂਗੇ, ਕੋਈ ਫਰਕ ਨਹੀਂ ਪੈਣਾ ਹੈਗਾ। ਦੀਵਾਲੀਆਂ ਫੇਰ ਆਉਣਗੀਆਂ, ਜ਼ਿੰਦਗੀ ਹੈ ਤਾਂ ਭਵਿੱਖ ਤਿਉਹਾਰਾਂ ਦੇ ਨਾਲ ਭਰਿਆ ਪਿਆ। ਇਹ ਸਾਲ ਹੈ ਔਖਾ ਸੌਖਾ ਆਪਾਂ ਕੱਢ ਲਈਏ ਤਾਂ ਕਿ ਜਿਹੜਾ ਘਰ ਪਰਿਵਾਰ ਤੇ ਸਮਾਜ ਸੁਰੱਖਿਅਤ ਰਹਿ ਸਕੇ। ਆਓ ਗਗਨ ਜੀ ਤੋਂ ਲਾਸਟ ਮੈਸੇਜ ਲੈਂਦੇ ਹਾਂ ਸੁਸਾਇਟੀ ਦੇ ਲਈ, ਉਸ ਤੋਂ ਬਾਅਦ ਅਸੀਂ ਵੀ ਵਿਦਾ ਲੈਂਦੇ ਹਾਂ ਤੁਹਾਡੇ ਤੋਂ। ਗਗਨ ਜੀ, ਇੱਕ ਮੈਸੇਜ ਸ਼ਾਰਟ ਐਂਡ ਬਰੀਫ ਟੂ ਪਬਲਿਕ। ਕਹਿੰਦੇ ਹਨੇਰੇ ਤੋਂ ਰੌਸ਼ਨੀਆਂ ਦੇ ਵੱਲ ਜਾਣ ਦਾ ਤਿਉਹਾਰ ਹੈ, ਚੜ੍ਹਦੀ ਕਲਾ ਦਾ ਤਿਉਹਾਰ ਹੈ ਇਹ। ਜ਼ਿੰਦਗੀ ਦੇ ਵਿੱਚ ਹੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਐਸੇ ਹੋਣਗੇ ਜਿਹੜੇ ਕਈ ਮੁਸੀਬਤਾਂ ਜਾਂ ਕੋਵਿਡ ਦੇ ਕਾਰਨ ਜਾਂ ਇਕਨੋਮਿਕ ਕ੍ਰਾਈਸਿਸ ਦੇ ਕਾਰਨ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਜਾਂ ਆਪਣੇ ਆਪ ਨੂੰ ਹਾਰਿਆ ਸਮਝਦੇ ਆ। ਇਹ ਇੱਕ ਐਸਾ ਤਿਉਹਾਰ ਹੈ ਜਿਹੜਾ ਤੁਹਾਨੂੰ ਸੰਦੇਸ਼ ਦਿੰਦਾ ਕਿ ਹਨੇਰੇ ਤੋਂ ਬਾਅਦ ਸਵੇਰ ਹੁੰਦੀ ਹੈ, ਹਰ ਹਨੇਰੇ ਦੇ ਵਿੱਚ ਰੌਸ਼ਨੀ ਹੁੰਦੀ ਹੈ। ਸੋ ਅੰਧੇरों से रोशनी की तरफ चलने का ये त्यौहार सभी दोस्तों के लिए, ਸਾਰੇ ਦੋਸਤਾਂ ਦੇ ਲਈ ਔਰ ਸਾਰੇ ਸ਼ਹਿਰ ਵਾਸੀਆਂ ਦੇ ਲਈ, ਸਾਰਿਆਂ ਦੇ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਚੜ੍ਹਦੀ ਕਲਾ ਵਿੱਚ ਰਹੋ, ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਲੈ ਕੇ ਆਵੇ, ਅਗਲਾ ਸਾਲ ਖੁਸ਼ੀਆਂ ਭਰਪੂਰ ਹੋਵੇ, ਕਾਰੋਬਾਰ ਵਧਣ, ਤਰੱਕੀਆਂ ਮਾਣੋ, ਦੇਰ ਰੋਗਤਾ ਬਖਸ਼ੇ ਸਾਰਿਆਂ ਨੂੰ ਔਰ ਸਾਰਾ ਸ਼ਹਿਰ ਖੁਸ਼ੀਆਂ ਨਾਲ ਇਸ ਤਿਉਹਾਰ ਨੂੰ ਮਨਾਵੇ। ਥੈਂਕ ਯੂ ਵੈਰੀ ਮਚ, ਹੈਪੀ ਦੀਵਾਲੀ। ਥੈਂਕ ਯੂ ਸਰ, ਬਹੁਤ ਵਧੀਆ ਗਗਨ ਜੀ ਨੇ ਗੱਲ ਕੀਤੀ ਤੇ ਆਪਾਂ ਨੂੰ ਵੀ ਅਮਲ ਕਰਨਾ ਚਾਹੀਦਾ। ਸਾਡੀ ਅਵੇਅਰਨੈਸ ਕੰਪੇਨ ਦਾ ਮੇਨ ਸਾਡਾ ਜਿਹੜਾ ਏਜੰਡਾ ਸੀ ਤੁਹਾਡੇ ਤੱਕ ਇੱਕ ਮੈਸੇਜ ਹੀ ਪਹੁੰਚਾਉਣਾ ਸੀ। ਦੀਵਾਲੀਆਂ ਤੁਸੀਂ ਆਪ ਬਹੁਤ ਸਿਆਣੇ ਹੋ, ਜਿਹੜੇ ਸਾਡੇ ਵਿਊਅਰਸ ਨੇ, ਸ਼ਹਿਰ ਵਾਸੀ ਨੇ, ਸਾਰੇ ਲੋਕ ਬਹੁਤ ਸਿਆਣੇ ਹੋ। ਬਟ ਜੇਕਰ ਇਸ ਵਾਰੀ ਆਪਾਂ ਥੋੜੀ ਜਿਹੀ ਅਵੇਅਰਨੈਸ ਕਰ ਲਾਂਗੇ, ਭਵਿੱਖ 'ਚ ਫੇਰ ਦੀਵਾਲੀਆਂ ਆਉਣੀਆਂ ਨੇ, ਫੇਰ ਜ਼ਿੰਦਗੀ ਰਹੂਗੀ ਤਾਂ ਆਪਾਂ ਬਹੁਤ ਸਹੀ ਢੰਗ ਨਾਲ ਇਹ ਚੀਜ਼ ਨੂੰ ਮਨਾ ਲਾਂਗੇ। ਇਸੇ ਨਾਲ ਹੀ ਅਸੀਂ ਆਪਣੀ ਇੰਟਰਵਿਊ ਤੇ ਅਵੇਅਰਨੈਸ ਕੰਪੇਨ ਦਾ ਅੱਜ ਐਂਡ ਕਰਦੇ ਹਾਂ। ਮੈਂ ਹਰਪ੍ਰੀਤ ਆਹਲੂਵਾਲੀਆ, ਮੇਰੇ ਸਾਥੀ ਵਿੱਕੀ ਵਡੇਰਾ ਜੀ। ਥੈਂਕ ਯੂ ਵੈਰੀ ਮਚ ਜੀ।